ਸੁਣ ਮੇਲਾ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ। ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਭਈ ਲੁਕਾਈ। ਲੱਗੀ ਬਰਸਨ ਲక్ష్ਮੀ ਰਿੱਧ ਸਿੱਧ ਨੌ ਨਿੱਧ ਸਵਾਈ। ਜੋਗੀ ਦੇਖ ਚਲਿੱਤਰ ਨੂੰ ਮਨ ਵਿੱਚ ਰਿਸਕ ਕਨੇਰੀ ਖਾਈ। ਭਗਤੀਆਂ ਪਾਈ ਭਗਤ ਆਨ ਲੋਟਾ ਜੋਗੀ ਲਿਆ ਛਪਾਈ। ਭਗਤੀਆਂ ਗਈ ਭਗਤ ਤੁਲ ਲੋਟੇ ਅੰਦਰ ਸੁਰਤ ਭੁਲਾਈ। ਬਾਬਾ ਜਾਣੀ ਜਾਨ ਪੁਰਖ ਕੱਢਿਆ ਲੋਟਾ ਜਹਾਂ ਲੁਕਾਈ। ਵੇਖ ਚਲਿੱਤਰ ਜੋਗੀ ਖੁਨ ਸਾਈ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੰਸਾਰ ਨੂੰ ਤਾਰਦਿਆਂ ਸੰਸਾਰ ਜਗਤ ਦੀ ਯਾਤਰਾ ਕਰਦਿਆਂ ਕਦੀ ਪੂਰਬ ਵੱਲ ਕਦੀ ਪੱਛਮ ਕਦੀ ਉੱਤਰ ਕਦੀ ਦੱਖਣ ਦੇਸ਼ ਵਿਦੇਸ਼ਾਂ ਵਿੱਚ ਜਾ ਕੇ ਸੰਸਾਰ ਨੂੰ ਸੱਚ ਦੇ ਰਾਹ ਪਾਉਂਦੇ ਨੇ ਸਤਿਗੁਰੂ ਜੀ। ਵਿਸ਼ੇਸ਼ ਕਰਕੇ ਧਰਮ ਦੇ ਨਾਂ ਤੇ ਲੋਕ ਇਕੱਠੇ ਹੁੰਦੇ ਸੀ। ਬਹੁਤ ਵੱਡੇ ਤੀਰਥਾਂ ਤੇ ਜਿੱਥੇ ਕਰਮ ਕਾਂਡ ਪਖੰਡ ਵਿੱਚ ਲੋਕਾਂ ਨੂੰ ਉਰਝਾਇਆ ਜਾਂਦਾ ਸੀ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜਗਤ ਨੂੰ ਤਾਰਨ ਲਈ ਉਹਨਾਂ ਅਸਥਾਨਾਂ ਤੇ ਉਹਨਾਂ ਤੀਰਥਾਂ ਤੇ ਭਰਮਣ ਕਰਦੇ ਜਿੱਥੇ ਸੰਸਾਰ ਦੇ ਲੋਕ ਉਲਝੇ ਪਏ ਸੀ, ਜਿੱਥੇ ਸੰਸਾਰ ਦੇ ਲੋਕ ਪਰਮਾਤਮਾ ਨੂੰ ਛੱਡ ਕੇ ਕਰਮ ਕਾਂਡ ਪਖੰਡਾਂ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਸੀ। ਸਤਿਗੁਰੂ ਜੀ ਸੰਸਾਰ ਦੇ ਲੋਕਾਂ ਨੂੰ ਸੱਚ ਤੇ ਰਾਹ ਤੇ ਪਾਉਂਦਿਆਂ ਪੰਜਾਬ ਦੀ ਧਰਤੀ ਅਚਲ ਵਟਾਲਾ ਜਿੱਥੇ ਸ਼ਿਵਜੀ ਮਹਾਰਾਜ ਜੀ ਦਾ ਵੱਡਾ ਸੁਪੁੱਤਰ ਕਾਰਤਿਕ ਰੁਕਿਆ ਸੀ, ਅਨੇਕਾਂ ਦੇਵੀ ਦੇਵਤਿਆਂ ਨੇ ਇਸ ਧਰਤੀ ਨੂੰ ਭਾਗ ਲਾਇਆ, ਇਸ ਧਰਤੀ ਤੇ ਆਪਣੇ ਚਰਨ ਪਾਏ। ਬਹੁਤ ਭਾਰੀ ਮੇਲਾ ਜੋ ਕਿ ਸ਼ਿਵਰਾਤਰੀ ਦਾ ਇੱਥੇ ਲੱਗਦਾ ਸੀ। ਪੁਰਾਤਨ ਮੇਲਾ ਬਹੁਤ ਪ੍ਰਸਿੱਧ ਸੀ। ਇਸ ਜਗ੍ਹਾ ਤੇ ਬਹੁਤ ਸਿੱਧ ਜੋਗੀ ਨਾਥ ਕਈ ਧਰਮਾਂ ਦੇ ਇੱਥੇ ਸਾਧੂ ਸੰਤ ਆਉਂਦੇ ਸੀ, ਆ ਕੇ ਬਹੁਤ ਆਪਣਾ ਨਾਮ ਜਪਾਉਂਦੇ ਸੀ। ਲੋਕ ਇਹਨਾਂ ਨੂੰ ਦੇਖਣ ਵਾਸਤੇ ਅਚਲ ਵਟਾਲੇ ਦੀ ਧਰਤੀ ਤੇ ਪਹੁੰਚਦੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਚਲੇਸ਼ਵਰ ਧਾਮ ਦੇ ਕੋਲ ਆ ਕੇ ਬੈਠ ਗਏ, ਜਿੱਥੇ ਸਿੱਧਾਂ ਨੇ ਲੋਕਾਂ ਤੋਂ ਆਪਣੀ ਵਡਿਆਈ ਕਰਾਉਣ ਵਾਸਤੇ ਬਹੁਤ ਕਰਾਮਾਤਾਂ ਦਿਖਾਈਆਂ। ਕਾਲੀ ਬੋਲੀ ਹਨੇਰੀ ਚਲਾ ਦਿੰਦੇ, ਮੀਂਹ ਗੜੇ ਵਰਸਾ ਦਿੰਦੇ, ਆਪਣੇ ਕਈ ਰੂਪ ਬਣਾ ਕੇ ਲੋਕਾਂ ਨੂੰ ਦਿਖਾਉਂਦੇ। ਬਹੁਤ ਢੰਗ ਤਰੀਕਿਆਂ ਨਾਲ ਸਤਿਗੁਰੂ ਜੀ ਨੂੰ ਵੀ ਡਰਾਉਣਾ ਚਾਹਿਆ, ਪਰ ਸਮਰੱਥ ਗੁਰੂ ਜੀ ਨੇ ਤਾਂ ਕੀ ਡਰਨਾ ਸੀ। ਸਤਿਗੁਰੂ ਜੀ ਨੇ ਸਿੱਧਾਂ ਦੀਆਂ ਸਾਰੀਆਂ ਸ਼ਕਤੀਆਂ ਖੋਲੀਆਂ। ਜਿਵੇਂ ਮਣੀ ਵਾਲਾ ਸੱਪ ਮਣੀ ਗਵਾ ਕੇ ਬੇਚੈਨ ਹੋ ਜਾਵੇ, ਵਪਾਰੀ ਨੂੰ ਵਪਾਰ ਵਿੱਚ ਹਾਨੀ ਹੋ ਜਾਵੇ, ਇਉਂ ਸਿੱਧ ਬੇਚੈਨ ਹੋ ਗਏ। ਉੱਥੇ ਹੀ ਭਾਈ ਅਜਿੱਤਾ ਰੰਧਾਵਾ ਜੋ ਗੁਰੂ ਜੀ ਦਾ ਸਿੱਖ ਸੀ, ਉਸ ਨੇ ਵੀ ਕਰਾਮਾਤ ਦਿਖਾਈ। ਸਰੋਵਰ ਦੇ ਪਾਣੀ ਉੱਤੇ ਚਾਦਰ ਵਿਛਾ ਦਿੱਤੀ ਅਤੇ ਉਸ ਦੇ ਉੱਪਰ ਚੌਂਕੜਾ ਮਾਰ ਕੇ ਬੈਠ ਗਿਆ। ਗੁਰੂ ਜੀ ਦੀ ਬਖਸ਼ੀ ਹੋਈ ਸ਼ਕਤੀ ਦੇ ਨਾਲ ਉਹ ਚਾਦਰ ਬੇੜੀ ਦੀ ਤਰ੍ਹਾਂ ਸਰੋਵਰ ਤੇ ਤਰਨ ਲੱਗ ਪਈ। ਪਾਣੀ ਨੇ ਚਾਦਰ ਨੂੰ ਸਪਰਸ਼ ਵੀ ਨਹੀਂ ਕੀਤਾ। ਇਸ ਤਰੀਕੇ ਨਾਲ ਭਾਈ ਸਾਹਿਬ ਨੇ ਦੇਖਿਆ ਜੋ ਹਨੇਰੀ ਗੜਿਆਂ ਦੇ ਕਾਰਨ ਕਈ ਪੰਛੀ ਮਰੇ ਪਏ ਸੀ, ਉਹਨਾਂ ਨੇ ਆਪਣੇ ਮੁਬਾਰਕ ਹੱਥਾਂ ਨਾਲ ਪਕੜ ਕੇ ਵਾਹਿਗੁਰੂ ਵਾਹਿਗੁਰੂ ਸਤ ਕਰਤਾਰ ਕਹਿ ਕੇ ਜਿਉਂਦੇ ਕਰੀ ਜਾਣ। ਜਿਉਂ ਸਤ ਕਰਤਾਰ ਕਹਿਣ ਤੇ ਮਰਿਆ ਪੰਛੀ ਜਿਉਂਦਾ ਹੋ ਜੇ। ਸਤਿਗੁਰੂ ਜੀ ਨੇ ਕਿਹਾ, ਇਹ ਸ਼ਕਤੀ ਦਿਖਾਉਣ ਵਾਲਾ ਕੌਣ ਹੈ ਜਿਨੇ ਮਰੇ ਹੋਏ ਪੰਛੀ ਸਤ ਕਰਤਾਰ ਕਹਿ ਕੇ ਜਿਉਂਦੇ ਕਰ ਦਿੱਤੇ ਨੇ।
ਤਾਂ ਸਿੱਧਾਂ ਨੇ ਕਿਹਾ ਕਿ ਗੁਰੂ ਜੀ ਤੁਹਾਡਾ ਹੀ ਚੇਲਾ ਹੈ, ਸਾਡੇ ਵਿੱਚ ਇਤਨੀ ਸ਼ਕਤੀ ਕਿੱਥੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਅਜਿੱਤੇ ਨੂੰ ਆਪਣੇ ਕੋਲ ਸੱਦਿਆ ਤੇ ਕਿਹਾ, ਅਜਿੱਤਿਆ ਤੂੰ ਵੀ ਸਿੱਧਾ ਵਾਂਗ ਹੀ ਹੋ ਗਿਆ ਹੈ। ਜਿੰਨੀ ਕਰਾਮਾਤ ਸੀ, ਬਖਸ਼ੀ ਹੋਈ ਗੁਰੂ ਨਾਨਕ ਸਾਹਿਬ ਦੀ ਰਹਿਮਤ ਸੀ, ਉਹ ਸਾਰੀ ਦੀ ਸਾਰੀ ਵਾਪਸ ਲੈ ਲਈ। ਸਿੱਧਾ ਵਾਂਗ ਭਾਈ ਅਜਿੱਤਾ ਵੀ ਖਾਲੀ ਹੋ ਕੇ ਬੈਠ ਗਿਆ। ਸਤਿਗੁਰੂ ਜੀ ਇਸ ਧਰਤੀ ਤੇ ਬੈਠੇ ਨੇ, ਸਤ ਕਰਤਾਰ ਦਾ ਨਾਮ ਜਪਾ ਰਹੇ ਨੇ। ਸਿੱਧ ਨੇ, ਭਾਈ ਅਜਿੱਤਾ ਰੰਧਾਵਾ ਹੈ, ਹੋਰ ਅਨੇਕਾਂ ਸੰਗਤਾਂ ਨੇ ਜੋ ਸਤਿਗੁਰੂ ਜੀ ਕੋਲ ਬੈਠੀਆਂ ਹੋਈਆਂ ਨੇ। ਉਸ ਵੇਲੇ ਇੱਕ ਸ਼ਰਧਾਲੂ ਜੋ ਮਿਸਤਰੀ ਦਾ ਕੰਮ ਕਰਦਾ ਸੀ, ਤਰਖਾਨ ਸਿੱਖ ਸੀ, ਗੁਰੂ ਜੀ ਦੇ ਪਾਸ ਆਇਆ ਤਾਂ ਉਸ ਦੇ ਨਾਲ ਉਸ ਦਾ 12 ਕੁ ਵਰ੍ਹਿਆਂ ਦਾ ਪੁੱਤਰ ਸੀ, ਜਿਸ ਦਾ ਨਾਮ ਸੰਗਤੀਆ ਸੀ, ਤੇ ਬੜੇ ਪ੍ਰੇਮ ਸਤਿਕਾਰ ਨਾਲ ਸਾਰੇ ਉਹਨੂੰ ਭਾਈ ਸੰਗਤੀਆ ਜੀ ਕਹਿੰਦੇ ਸਨ। ਸ਼ਰਧਾਲੂ ਮਿਸਤਰੀ ਨੇ ਸਤਿਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ, ਨਿਮਰਤਾ ਨਾਲ ਅਰਦਾਸ ਕੀਤੀ ਕਿ ਇਹ ਮੇਰੇ ਘਰ ਪੁੱਤਰ ਸਤਿਗੁਰੂ ਜੀ ਪੈਦਾ ਹੁੰਦੇ ਸੀ ਤੇ ਮਰ ਜਾਂਦੇ ਸੀ, ਇਹ ਪੁੱਤਰ ਮੈਂ ਆਪ ਜੀ ਨੂੰ ਭੇਟਾ ਕਰਨਾ ਹੈ। ਸਤਿਗੁਰੂ ਜੀ ਆਖਣ ਲੱਗੇ, ਪੂਰੀ ਵਾਰਤਾ ਸੁਣਾਓ ਸੰਗਤਾਂ ਨੂੰ। ਇਹ ਮਿਸਤਰੀ ਸਿੱਖ ਆਖਣ ਲੱਗਾ, ਮਹਾਰਾਜ ਮੇਰੇ ਘਰ 11 ਪੁੱਤਰ ਹੋਏ, ਮੇਰੀ ਪਤਨੀ ਦੀ ਕੁੱਖ ਨੂੰ ਭਾਗ ਲੱਗਦਾ ਸੀ, ਪੁੱਤਰ ਜਨਮ ਲੈਂਦਾ ਸੀ ਤੇ ਮਰ ਜਾਂਦਾ ਸੀ। ਸਤਿਗੁਰੂ ਜੀ ਆਪ ਜੀ ਦੀ ਸੰਗਤ ਬੈਠੀ ਹੋਈ ਸੀ, ਪਰਮਾਤਮਾ ਦਾ ਸਿਮਰਨ ਹੋ ਰਿਹਾ ਸੀ, ਬੜੇ ਪੀਰ ਮਨਾਏ, ਮੁਨੀ ਮਨਾਏ, ਸੰਤ ਫਕੀਰਾਂ ਦੀ ਜਗ੍ਹਾ ਤੇ ਗਿਆ, ਪਰ ਮੇਰਾ ਕੋਈ ਪੁੱਤਰ ਜਿਉਂਦਾ ਨਹੀਂ ਸੀ ਰਹਿੰਦਾ। ਤੇ ਜਿਸ ਵਕਤ ਆਪ ਜੀ ਦੀ ਸੋਭਾ ਸੁਣੀ ਤੇ ਸੰਗਤ ਵਿੱਚ ਆਪ ਜੀ ਦੇ ਨਾਮ ਲੈ ਕੇ ਅਰਦਾਸ ਕੀਤੀ, ਮਹਾਰਾਜ ਆਪ ਜੀ ਦੇ ਘਰ ਦੀ ਸੋਭਾ ਹੋ ਰਹੀ ਸੀ। ਸੰਗਤ 'ਚ ਖਲੋ ਕੇ ਅਸੀਂ ਦੋਵਾਂ ਜੀਆਂ ਨੇ ਪ੍ਰੇਮ ਨਾਲ ਬੇਨਤੀ ਕੀਤੀ, ਸਤਿਗੁਰੂ ਜੀ ਕਿਰਪਾ ਕਰੋ, ਜੇ ਇਹ ਪੁੱਤਰ ਸਾਡਾ 12ਵਾਂ ਬਚ ਜਾਂਦਾ ਹੈ ਤੇ ਅਸੀਂ ਇਹ 12 ਸਾਲਾਂ ਬਾਅਦ ਇਹ ਪੁੱਤਰ ਆਪ ਜੀ ਨੂੰ ਭੇਟਾ ਕਰਾਂਗੇ। ਜੇ ਮੇਰਾ ਪੁੱਤਰ ਕਾਲ ਤੋਂ ਬਚ ਜਾਵੇ, ਬਚਪਨ ਵਿੱਚ ਹੀ ਨਾ ਮਰੇ, ਤਾਂ ਮੈਂ ਆਪਣਾ ਪੁੱਤਰ ਆਪ ਜੀ ਨੂੰ ਅਰਪਣ ਕਰਾਂਗਾ। ਸਤਿਗੁਰੂ ਜੀ ਆਪ ਜੀ ਨੇ ਮੇਰੀ ਅਰਦਾਸ ਪੂਰੀ ਕੀਤੀ। ਆਪ ਜੀ ਦੀ ਕਿਰਪਾ ਸਦਕਾ ਮੇਰਾ ਪੁੱਤਰ ਸੰਗਤੀਆ, ਇਹਦਾ ਨਾਮ ਵੀ ਸੰਗਤੀਆ ਰੱਖਿਆ ਹੋਇਆ ਹੈ। ਸਤਿਗੁਰ ਆਖਣ ਲੱਗੇ, ਨਾਮ ਸੰਗਤੀਆ ਕਿਉਂ ਰੱਖਿਆ? ਸਤਿਗੁਰੂ ਜੀ ਆਪ ਜੀ ਦੀ ਸੰਗਤ ਨੇ ਅਰਦਾਸ ਕੀਤੀ ਸੀ, ਇਸ ਕਰਕੇ ਇਹਦਾ ਨਾਮ ਸੰਗਤੀਆ ਰੱਖਿਆ ਹੈ। 12 ਵਰ੍ਹਿਆਂ ਦਾ ਹੋ ਗਿਆ ਹੈ। ਸਾਨੂੰ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਜੀ ਅਚਲੇਸ਼ਵਰ ਸਾਹਿਬ ਆਏ ਹੋਏ ਨੇ। ਆ ਲਓ ਆਪ ਜੀ ਦਾ ਬੱਚਾ ਹੈ। ਹੁਣ ਮੈਂ ਵੀ ਆਪਣੀ ਅਰਦਾਸ ਮੁਤਾਬਕ ਤੁਹਾਡੇ ਚਰਨਾਂ ਕਮਲਾਂ ਵਿੱਚ ਅਰਪਣ ਕਰਨ ਲਈ ਆਇਆ ਹਾਂ, ਇਹ ਭੇਟਾ ਪ੍ਰਵਾਨ ਕਰੋ। ਸਤਿਗੁਰੂ ਜੀ ਨੇ ਕਿਹਾ ਕਿ ਭਾਈ ਅਸੀਂ ਪ੍ਰਵਾਨ ਕਰਦੇ ਹਾਂ ਕਿ ਤੇਰਾ ਬੱਚਾ ਅੱਜ ਤੋਂ ਸਾਡੇ ਕੋਲ ਅਰਪਣ ਹੋਇਆ ਹੈ। ਉਸ ਵੇਲੇ ਸਤਿਗੁਰੂ ਜੀ ਨੇ ਭਾਈ ਸੰਗਤੀ ਅਤੇ ਉਸ ਦੇ ਪਿਤਾ ਨੂੰ ਪਰਖਣ ਲਈ ਕਿਹਾ ਕਿ ਜਾਓ ਲੱਕੜਾਂ ਇਕੱਠੀਆਂ ਕਰਵਾ ਕੇ ਲੈ ਕੇ ਆਓ। ਦੋਵੇਂ ਪਿਓ ਪੁੱਤਰ ਗਏ ਨੇ, ਕਾਫੀ ਵਾਹਵਾ ਲੱਕੜੀਆਂ ਲੈ ਕੇ ਆ ਗਏ ਨੇ। ਸਤਿਗੁਰੂ ਕਹਿੰਦੇ ਇਸ ਨੂੰ ਚੰਡਾ ਲਗਵਾ ਦਿਓ। ਅੱਗ ਦੇ ਭਾਂਬੜ ਮੱਚਣ ਲੱਗ ਪਏ। ਹੁਕਮ ਕੀਤਾ, ਬੱਚਾ ਅੱਜ ਤੋਂ ਬਾਅਦ ਤੂੰ ਸਾਡਾ ਪੁੱਤਰ ਹੈ। ਹੁਣ ਗੁਰੂ ਨਾਨਕ ਸਾਹਿਬ ਦਾ ਪੁੱਤਰ ਸੰਗਤੀਆ ਖਵਾਏਗਾ, ਇਸ ਕਰਕੇ ਹੁਣ ਤੂੰ ਸਾਡਾ ਇਹ ਹੁਕਮ ਮੰਨ। ਅੱਗ ਬਲ ਰਹੀ ਹੈ, ਅੱਗ ਵਿੱਚ ਜਾ ਕੇ ਬੈਠ ਜਾ। ਭਾਈ ਸੰਗਤੀਆ ਹੁਕਮ ਮੰਨ ਕੇ ਤੁਰੰਤ ਮੱਚਦੀ ਅੱਗ ਵਿੱਚ ਬੈਠ ਗਿਆ। ਸਿੱਧ ਦੇਖ ਰਹੇ ਨੇ, ਅਜਿੱਤਾ ਦੇਖ ਰਿਹਾ, ਸੰਗਤਾਂ ਦੇਖ ਰਹੀਆਂ ਨੇ ਕਿ ਕਿੱਡੇ ਚਾਉ ਨਾਲ ਬੱਚੇ ਨੂੰ ਭੇਟਾ ਕੀਤਾ ਸੀ ਤੇ ਗੁਰੂ ਸਾਹਿਬ ਜੀ ਨੇ ਬਲਦੀ ਹੋਈ ਮੱਚਦੀ ਅੱਗ ਵਿੱਚ ਭਾਈ ਸੰਗਤੀਏ ਨੂੰ ਬਿਠਾ ਦਿੱਤਾ ਹੈ।
ਮਨ ਅਡੋਲ ਅਵਸਥਾ ਵਿੱਚ ਭਾਈ ਸੰਗਤੀਏ ਦਾ ਟਿਕਿਆ ਰਿਹਾ। ਧੀਰਜ ਨਹੀਂ ਡੁਲਾਇਆ ਹੈ। ਜਿਸ ਤਰ੍ਹਾਂ ਪ੍ਰਹਿਲਾਦ ਨੂੰ ਪਰਮਾਤਮਾ ਨੇ ਉਹਦੀ ਭੂਆ ਹੋਲਕਾ ਦੀ ਗੋਦ ਚੋਂ ਬਚਾ ਲਿਆ ਸੀ। ਬਲਦੀ ਹੋਈ ਅੱਗ ਵੀ ਪ੍ਰਹਿਲਾਦ ਨੂੰ ਸੇਕ ਨਹੀਂ ਸੀ ਦੇ ਸਕੀ, ਜਿਸ ਕਾਰਨ ਅੱਗ ਦਾ ਸੇਕ ਭਾਈ ਸੰਗਤੀਏ ਨੂੰ ਪੋ ਹੀ ਨਾ ਸਕਿਆ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਅਧਿਆਇ 40 ਵਿੱਚ ਇਹ ਲਿਖਿਆ ਹੈ, ਸਵਾ ਜਾਮ ਬੈਠਿਓ ਜਬ ਰਹਿਓ, ਸਭਨ ਦੇਖ ਅਚਰਜ ਉਰ ਲਹਿਓ, ਪਰਮ ਪ੍ਰਸੀਦ ਭਏ ਗੁਣ ਖਾਨੀ, ਕਰਨ ਕਿਰਤਾਰਥ ਉਚਰੀ ਬਾਨੀ। ਦੋਹਰਾ ਜਨਮ ਮਰਨ ਤੇ ਰਹਿਤ ਭਾ, ਟੂਟ ਗਏ ਸਭ ਜਾਲ, ਨਿਕਸੋ ਆਵੋ ਵਹਿਰ ਕੋ ਅਬ ਕੋ ਸਦਾ ਨਿਹਾਲ। ਇਉਂ ਸਤਿਗੁਰੂ ਜੀ ਨੇ ਉਸ ਦਾ ਦ੍ਰਿੜ ਵਿਸ਼ਵਾਸ ਅਤੇ ਧੀਰਜ ਦੇਖ ਕੇ ਬਚਨ ਦਾ ਅਧਿਕਾਰੀ ਨਿਸ਼ਚਿਤ ਕਰਕੇ ਉਸ ਬੱਚੇ ਦਾ ਜਨਮ ਸਫਲ ਕਰਨ ਵਾਸਤੇ ਬਚਨ ਕਿ ਬੱਚਾ ਤੇਰਾ ਜਨਮ ਮਰਨ ਕੱਟਿਆ ਗਿਆ, ਤੂੰ ਨਿਹਾਲ ਹੋ ਚੁੱਕਾ ਹੈ, ਹੁਣ ਇੱਥੇ ਬੈਠਣ ਦੀ ਲੋੜ ਨਹੀਂ, ਅਗਨੀ ਵਿੱਚੋਂ ਬਾਹਰ ਆ ਜਾ। ਇਹ ਕੌਤਕ ਦੇਖ ਕੇ ਸਾਰੇ ਹੈਰਾਨ ਹੋ ਗਏ। ਸੁਨਤਿਓ ਸਿਸਕੇ ਖੁੱਲੇ ਕਪਾਟਾ, ਦਵੈਤ ਭਰਮ ਕੇ ਸੌਂਕਰ ਕਾਟਾ, ਦਿਵ ਦ੍ਰਿਸ਼ਟ ਹੋਏ ਤਰੈ ਲੋਕੰ, ਜਨਮ ਮਰਨ ਕੇ ਚੁਕੇ ਸੋਕੰ। ਜੋ ਆਸਾ ਤੇ ਅੰਦੇਸਾ ਤੇ ਜਿਹੜੇ ਤਖਤੇ ਲੱਗੇ ਹੋਏ ਸਨ ਉਹ ਖੁੱਲ ਗਏ ਤੇ ਅਗਿਆਨ ਤੇ ਭਰਮ ਦੀ ਨਿਰਵਿਰਤੀ ਹੋ ਗਈ, ਨਿਜ ਸਰੂਪ ਦੀ ਲਖਤਾ ਹੋ ਗਈ, ਦਿਵ ਦ੍ਰਿਸ਼ਟੀ ਹੋ ਗਈ। ਜੋ ਵਰਤਾਰਾ ਤਿੰਨਾਂ ਲੋਕਾਂ ਤੇ 14 ਭਵਨਾਂ ਵਿੱਚ ਵਰਤ ਰਿਹਾ ਸੀ ਉਹ ਪ੍ਰਤੱਖ ਦਿਸਣ ਲੱਗ ਪਿਆ। ਜਦੋਂ ਭਾਈ ਸੰਗਤੀਆ ਅੱਗ ਵਿੱਚੋਂ ਬਾਹਰ ਆਇਆ ਤੇ ਗੁਰੂ ਜੀ ਨੇ ਕਿਹਾ, ਸ੍ਰੀ ਗੁਰ ਕਹਿ ਜਾਂਚ ਸੋ ਤਾਹੀ, ਦੇਵੈ ਸੋ ਅਬ ਬਿਲ ਮਹਿ ਨਾਹੀ। ਹੇ ਭਾਈ ਸੰਗਤੀਆ ਮੇਰੇ ਪੁੱਤਰ, ਤੇਰੀ ਜੋ ਇੱਛਾ ਹੈ ਨਿਰਸੰਕੋਚ ਕਹਿਣਾ ਕਰ, ਇੱਛਾ ਪੂਰੀ ਕਰਨ ਲਈ ਦੇਰ ਨਹੀਂ ਲਗਾਵਾਂਗੇ। ਤਾਂ ਬੱਚੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੀ ਮੈਨੂੰ ਆਪਣੇ ਲਈ ਤਾਂ ਕੁਝ ਨਹੀਂ ਚਾਹੀਦਾ ਹੈ। ਇਹ ਸਾਰੇ ਸਿੱਧ ਅਤੇ ਭਾਈ ਅਜਿੱਤਾ ਜੋ ਸ਼ਕਤੀਆਂ ਗਵਾ ਬੈਠੇ ਹਨ, ਸ਼ਕਤੀਆਂ ਗਵਾ ਕੇ ਇਹ ਬਹੁਤ ਉਦਾਸ ਹਨ, ਜਿਵੇਂ ਕੋਈ ਸੂਮ ਧਨ ਗਵਾ ਕੇ ਚਿੰਤਾ ਅਤੁਰ ਹੁੰਦਾ ਹੈ। ਆਪ ਜੀ ਤਾਂ ਸਮੁੰਦਰ ਵਾਂਗ ਵਿਸ਼ਾਲ ਹੋ, ਇਹਨਾਂ ਦੀਆਂ ਸ਼ਕਤੀਆਂ ਤਾਂ ਪਾਣੀ ਦੀ ਇੱਕ ਬੂੰਦ ਦੀ ਤਰ੍ਹਾਂ ਹਨ। ਇਹਨਾਂ ਦੀਆਂ ਸ਼ਕਤੀਆਂ ਨਾਲ ਆਪ ਜੀ ਵੱਡੇ ਨਹੀਂ ਹੋਣ ਲੱਗੇ। ਜੇ ਆਪ ਜੀ ਇਹਨਾਂ ਨੂੰ ਵਾਪਸ ਕਰ ਦਿਓ ਤਾਂ ਆਪ ਜੀ ਦਾ ਕੁਝ ਘਟਣ ਨਹੀਂ ਲੱਗਾ। ਆਪ ਤਾਂ ਸਰਬ ਸ਼ਕਤੀਮਾਨ ਹੋ। ਉਸ ਵਕਤ ਗੁਰੂ ਜੀ ਨੇ ਕਿਹਾ, ਪੁੱਤਰ ਇਹ ਪਖੰਡ ਕਰਦੇ ਹਨ। ਕਿੱਡਾ ਵੱਡਾ ਤੀਰਥ ਸ਼ਿਵਜੀ ਮਹਾਰਾਜ ਜੀ ਦਾ ਚਲੇਸ਼ਵਰ ਧਾਮ, ਇੱਥੇ ਆ ਕੇ ਵੀ ਲੋਕਾਂ ਨੂੰ ਆਪਣੇ ਮਗਰ ਲਾ ਰਹੇ ਹਨ। ਦੇਵਤੇ ਦੀ ਸੋਭਾ ਨਹੀਂ ਕਰਾਈ, ਆਪਣੀ ਸੋਭਾ ਵਧਾਉਣ ਵਾਸਤੇ ਪੂਜਾ ਪਾਠ ਮੰਨਤਾਂ ਕਰਾਉਣ ਲਈ ਸ਼ਕਤੀਆਂ ਦਿਖਾਉਂਦੇ ਹਨ। ਇੱਥੇ ਆ ਕੇ ਸ਼ਿਵਜੀ ਦਾ ਨਾਮ ਨਹੀਂ ਇਹਨਾਂ ਨੇ ਲਿਆ ਹੈ, ਪਰਮਾਤਮਾ ਨੂੰ ਯਾਦ ਨਹੀਂ ਕੀਤਾ। ਇਹ ਸ਼ਕਤੀਆਂ ਇਹਨਾਂ ਨੂੰ ਨਹੀਂ ਦੇਣ ਯੋਗ ਹਨ। ਇਹ ਆਪਣੀਆਂ ਸ਼ਕਤੀਆਂ ਦਾ ਗਲਤ ਪ੍ਰਯੋਗ ਕਰਦੇ ਨੇ, ਪਰ ਹੁਣ ਅਸੀਂ ਤੇਰਾ ਕਿਹਾ ਮੋੜ ਵੀ ਨਹੀਂ ਸਕਦੇ ਹਾਂ। ਸਤਿਗੁਰੂ ਜੀ ਨੇ ਬਚਨ ਕੀਤਾ, ਜਿਵੇਂ ਇਹਨਾਂ ਕੋਲ ਪਹਿਲਾਂ ਸ਼ਕਤੀਆਂ ਸਨ ਉਵੇਂ ਹੀ ਪ੍ਰਾਪਤ ਹੋ ਜਾਣਗੀਆਂ। ਭਾਈ ਅਜਿੱਤਾ ਤੇ ਸਿੱਧ ਸ਼ਕਤੀਆਂ ਪ੍ਰਾਪਤ ਕਰਕੇ ਖੁਸ਼ ਹੋਏ। ਸਾਰੇ ਪੁਰਖ ਇਸਤਰੀਆਂ ਛੋਟੇ ਜਿਹੇ ਬੱਚੇ ਦਾ ਪਰ ਉਪਕਾਰ ਦੇਖ ਕੇ ਹੈਰਾਨ ਹੋ ਗਏ। ਸੋ ਇਸ ਪ੍ਰਕਾਰ ਇਸ ਤੁਕ ਦਾ ਸਿਧਾਂਤ ਬਣਦਾ ਹੈ ਕਿ ਜਿਸ ਪ੍ਰਕਾਰ ਬਾਲਕ ਨੇ ਸਤਿਗੁਰੂ ਜੀ ਦਾ ਬਚਨ ਮੰਨਿਆ, ਨਿਰਸੰਕੋਚ ਅੱਗ ਵਿੱਚ ਬੈਠ ਗਿਆ, ਬ੍ਰਹਮ ਗਿਆਨ ਦੀ ਬਖਸ਼ਿਸ਼ ਹੋ ਗਈ। ਅਸੀਂ ਵੀ ਜਦੋਂ ਆਪਣੇ ਸਤਿਗੁਰੂ ਜੀ ਦਾ ਬਚਨ ਮੰਨਾਂਗੇ, ਆਵੈ ਜਾਏ ਭਵਾਈਐ ਜੋਨੀ, ਰਹਿਣ ਨਾ ਕਿਤਹੀ ਥਾਂ ਪਿਆ। ਜੇ ਅਸੀਂ ਬਚਨ ਨਾ ਮੰਨਾਂਗੇ ਸਤਿਗੁਰੂ ਜੀ ਦਾ, ਫਿਰ ਆਵਣ ਜਾਣ ਦੇ ਗੇੜ ਵਿੱਚ ਪਏ ਰਵਾਂਗੇ। ਧੰਨ ਸੀ ਭਾਈ ਸੰਗਤੀਆ, ਉਮਰ ਭਾਵੇਂ 12 ਸਾਲ ਦੀ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਕਮਾਇਆ। ਤੇ ਜੋ ਸਿੱਧ ਸ਼ਕਤੀਆਂ ਗਵਾ ਬੈਠੇ ਸੀ, ਭਾਈ ਅਜਿੱਤਾ ਸ਼ਕਤੀਆਂ ਗਵਾ ਬੈਠਾ ਸੀ, ਸ਼ਕਤੀਆਂ ਵਾਪਸ ਦਵਾ ਦਿੱਤੀਆਂ। ਸਤਿਗੁਰੂ ਜੀ ਨੇ ਬੜੇ ਪ੍ਰੇਮ ਨਾਲ ਕਿਹਾ, ਭਾਈ ਤੂੰ ਆਪਣੇ ਪੁੱਤਰ ਨੂੰ ਨਾਲ ਲੈ ਜਾ, ਹੁਣ ਤੇਰਾ ਪੁੱਤਰ ਨਹੀਂ ਮਰੇਗਾ, ਲੰਬੀ ਆਯੂ ਜੀਏਗਾ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਮੰਨ ਕੇ ਪਿਤਾ
ਭਾਈ ਸੰਗਤੀਏ ਨੂੰ ਲੈ ਕੇ ਘਰ ਚਲਿਆ ਗਿਆ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਧੰਨ ਧੰਨ ਭਾਈ ਸੰਗਤੀਆ ਜੀ।